TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਸੰਖੇਪ ਦੇ ਵਿੱਚ ਉਹ ਕੁਝ ਤੁਹਾਡੇ ਨਾਲ ਸਾਂਝੀਆਂ ਕਰਾਂ। 2 ਜੂਨ 1984 ਨੂੰ ਇੱਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਅਤੇ ਦੂਸਰੇ ਪਾਸੇ ਦਰਬਾਰ ਸਾਹਿਬ ਤੇ ਚੜ ਰਹੀ ਸੀ ਫੌਜ। ਅਤੀਤ ਦੀਆਂ ਤਰਾਸਦੀਆਂ ਤੇ ਮੁਆਫੀ ਮੰਗ ਲੈਣਾ ਹੀ ਕਾਫੀ ਨਹੀਂ, ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ। ਕਿਸਾਨਾਂ ਨੇ ਹਰਿਆਣਾ ਵਿੱਚ SDM ਦਾ ਦਫ਼ਤਰ ਘੇਰਿਆ, ਵਿਧਾਇਕ ਬਬਲੀ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ। ਲਖਨਊ ਦੇ ਇੱਕ ਪਰਿਵਾਰ ਦੇ ਸਿਰ ਤੇ ਟੁੱਟਿਆ ਕਰੋਨਾ ਦਾ ਕਹਿਰ। ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦਾ ਇੱਕ ਵੱਡਾ ਖੁਲਾਸਾ ਅਤੇ ਦਿੱਲੀ ਮੋਰਚੇ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਗਈ ਜਾਨ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਤੇ ਟਿੱਪਣੀਆਂ ਕੀਤੀਆਂ ਜਾਣਗੀਆਂ। ਪਰ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਆਓ ਸਭ ਤੋਂ ਪਹਿਲਾਂ ਇਤਿਹਾਸ ਦੇ ਉੱਤੇ ਝਾਤ ਮਾਰੀਏ। 1984 ਜੂਨ ਦਾ ਪਹਿਲਾ ਹਫ਼ਤਾ ਇਹ ਇੱਕ ਰਿਸ਼ਤਾ ਜ਼ਖਮ ਹੈ। ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਖਾਸ ਕਰਕੇ ਪਹਿਲਾ ਹਫ਼ਤਾ ਹੁੰਦਾ ਹੈ, ਉਹ ਜ਼ਖਮ ਫਿਰ ਉਛੜ ਜਾਂਦੇ ਨੇ। 2 ਜੂਨ 1984 ਦੀ ਇੱਕ ਘਟਨਾ ਦਾ ਮੈਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਜ਼ਿਕਰ ਕਰਨਾ ਚਾਹੁੰਦਾ। ਜੂਨ 2 ਸੀ, ਵਰ੍ਹਾ 1984 ਦਾ। ਰਾਤ ਦੇ 9 ਵੱਜ ਕੇ ਲਗਭਗ 15 ਮਿੰਟ ਹੋਏ ਸੀ। ਰੇਡੀਓ ਅਤੇ ਦੂਰਦਰਸ਼ਨ ਤੇ ਉਸ ਵਕਤ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਤ ਦੇ ਵਕਤ ਭੁਲੇਖਾ ਪਾਊ ਭਾਸ਼ਣ ਕਰ ਰਹੀ ਸੀ, ਜਿਸ ਦੇ ਵਿੱਚ ਸਿੱਖ ਕੌਮ ਦੇ ਮਸਲਿਆਂ ਤੋਂ ਹਟ ਕੇ ਰਾਜਨੀਤੀ ਤੋਂ ਪ੍ਰੇਰਿਤ ਉਹ ਗੱਲਾਂ ਕਰ ਰਹੀ ਸੀ। ਭਾਵੇਂ ਕਿ ਇੰਦਰਾ ਗਾਂਧੀ ਦੀ ਆਵਾਜ਼ ਵਿੱਚ ਉਸ ਵਕਤ ਭਾਰੀਪਣ ਸੀ, ਗੱਚ ਵੀ ਭਰਿਆ ਹੋਇਆ ਸੀ, ਜੋ ਕਿ ਸਾਫ਼ ਦਰਸਾ ਰਿਹਾ ਸੀ ਕਿ ਕੋਈ ਭਾਰੀ ਅਣਹੋਣੀ ਵਾਪਰਨ ਵਾਲੀ ਹੈ, ਜਿਸ ਤੋਂ ਸਿੱਖਾਂ ਦਾ ਧਿਆਨ ਹਟਾਉਣ ਦੀ ਇਸ ਭਾਸ਼ਣ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾ ਰਹੀ ਸੀ। ਆਪਣੇ ਸ਼ਬਦਾਂ ਦੇ ਵਿੱਚ ਇੰਦਰਾ ਗਾਂਧੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਤਾਂ ਵਾਰ-ਵਾਰ ਹੱਥ ਵਧਾਇਆ ਗਿਆ ਹੈ, ਪਰ ਅਕਾਲੀਆਂ ਦੀਆਂ ਗਲਤ ਨੀਤੀਆਂ ਦੇ ਕਾਰਨ ਭਾਰਤ ਦੀ ਅਖੰਡਤਾ ਖਤਰੇ ਵਿੱਚ ਪੈ ਰਹੀ ਹੈ। ਆਪਣੇ ਪੂਰੇ ਸੰਦੇਸ਼ ਦੇ ਵਿੱਚ ਕਿਤੇ ਵੀ ਇੰਦਰਾ ਗਾਂਧੀ ਨੇ ਇਸ ਗੱਲ ਦਾ ਬਿਲਕੁਲ ਜ਼ਿਕਰ ਨਾ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਫੌਜ ਭੇਜੀ ਜਾ ਚੁੱਕੀ ਹੈ। ਇੰਦਰਾ ਨੇ ਆਪਣੇ ਭਾਸ਼ਣ ਦੇ ਵਿੱਚ ਖੂਨ ਨਾ ਵਹਾਓ ਅਤੇ ਨਫ਼ਰਤ ਖਤਮ ਕਰਨ ਵਿੱਚ ਮਦਦ ਕਰੋ ਦਾ ਸੁਨੇਹਾ ਦਿੱਤਾ, ਭਾਵ ਆਪਣੀ ਸਿਆਸੀ ਚਤੁਰਾਈ ਦਾ ਸਬੂਤ ਦਿੱਤਾ। ਇਤਿਹਾਸਕਾਰ ਮੰਨਦੇ ਹੈ ਕਿ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਹਿੰਦੂ ਵੋਟ ਨੂੰ ਆਪਣੇ ਵੱਲ ਆਪਣੇ ਖਾਤੇ ਵਿੱਚ ਪਾਉਣਾ ਚਾਹੁੰਦੀ ਸੀ। ਇੱਥੇ ਨਾਲ ਮੈਂ ਟਿੱਪਣੀ ਕਰਨੀ ਚਾਹੁੰਦਾ ਕਿ ਮੈਂ ਭਾਵੇਂ ਉਸ ਵਕਤ ਦੀ ਹਕੂਮਤ ਦੀ ਗੱਲ ਕਰ ਰਿਹਾ, ਪਰ ਧਰਮ ਦੇ ਨਾਂ 'ਤੇ ਰਾਜਨੀਤੀ ਅੱਜ ਵੀ ਹੋ ਰਹੀ ਹੈ। ਅੱਜ ਵੀ ਘੱਟ ਗਿਣਤੀਆਂ ਨੂੰ ਵੱਢਿਆ, ਟੁੱਕਿਆ ਤੇ ਦਬਾਇਆ ਜਾ ਰਿਹਾ ਹੈ ਤਾਂ ਕਿ ਬਹੁ ਗਿਣਤੀ ਵੋਟਰ ਸਾਡੇ ਹੱਕ ਵਿੱਚ ਭੁਗਤੇ। ਪਰ ਆਪਾਂ 2 ਜੂਨ 1984 ਦਾ ਜ਼ਿਕਰ ਕਰ ਰਹੇ ਹਾਂ। ਇਸ ਦੀ ਤਿਆਰੀ ਸ਼ਾਇਦ ਇੰਦਰਾ ਗਾਂਧੀ ਲੰਬੇ ਸਮੇਂ ਤੋਂ ਕਰ ਚੁੱਕੀ ਸੀ। ਇਸ ਲਈ ਇੰਦਰਾ ਗਾਂਧੀ ਨੇ 15 ਜਨਵਰੀ 1984 ਤੋਂ ਹੀ ਰੂਸ, ਬਰਤਾਨੀਆ, ਇਜ਼ਰਾਈਲ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਤੋਂ ਹਥਿਆਰ ਖਰੀਦਣ ਲਈ ਵੱਡੇ ਆਰਡਰਾਂ ਦੀ ਪੇਸ਼ਕਸ਼ ਵੀ ਕੀਤੀ ਅਤੇ ਆਪਣੇ 2 ਅਫਸਰ ਜਿਹੜੇ ਰਾਹ ਦੇ ਅਫਸਰ ਰੂਸੀ ਫੌਜ ਨਾਲ ਮੁਲਾਕਾਤ ਕਰਨ ਲਈ ਵੀ ਭੇਜੇ ਅਤੇ ਬਾਅਦ ਦੇ ਵਿੱਚ ਇਹ ਰੂਸੀ ਅਫਸਰ ਟ੍ਰੇਨਿੰਗ ਦੇਣ ਲਈ ਦਿੱਲੀ ਵੀ ਆਉਂਦੇ ਰਹੇ। ਭਾਵੇਂ ਕਿ ਇੰਦਰਾ ਆਪਣੇ ਭਾਸ਼ਣ ਦੇ ਵਿੱਚ ਸ਼ਾਂਤੀ ਬਣਾਉਣ ਦੀ ਗੱਲ ਕਰ ਰਹੀ ਸੀ, ਪਰ ਭਾਰਤੀ ਹਕੂਮਤ ਦੀ ਬੇਈਮਾਨੀ ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦੀ ਹੈ ਕਿ ਜਿਸ ਵੇਲੇ ਉਹ ਭਾਸ਼ਣ ਦੇ ਰਹੀ ਸੀ ਤਾਂ ਇੱਕ ਪਿਆਦਾ ਬਟਾਲੀਅਨ 12 ਬਿਹਾਰ ਰੈਜੀਮੈਂਟ ਦੇ ਜਵਾਨ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਮਾਰਚ ਕਰਕੇ ਮੋਰਚੇ ਸੰਭਾਲ ਚੁੱਕੇ ਸਨ। 28 ਮਈ ਤੋਂ ਬਾਅਦ ਅੰਮ੍ਰਿਤਸਰ ਦੀ ਹਰ ਰਾਤ ਫੌਜੀ ਬੂਟਾਂ ਦੀ ਦਗੜ ਤੇ ਗੱਡੀਆਂ ਦੇ ਭਾਰੇ ਸ਼ੋਰ ਸ਼ਰਾਬੇ ਵਿੱਚੋਂ ਲੰਘ ਰਹੀ ਸੀ। 3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਣਾ ਸੀ। ਦੇਸ਼ ਵਿਦੇਸ਼ ਤੋਂ ਦੂਰ ਦਰਾਡੇ ਤੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਸਨ। ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ 1 ਜੂਨ 1984 ਨੂੰ ਹੋਈ ਗੋਲੀਬਾਰੀ ਨੂੰ ਲੈ ਕੇ ਵੀ ਰੋਹ ਸੀ। ਸਿੱਖ ਮਨਾਂ ਵਿੱਚ ਚੀਸ ਸੀ ਕਿ ਭਾਰਤ ਸਰਕਾਰ
ਬਿਨਾਂ ਕਿਸੇ ਕਾਰਨ ਦੇ ਸਿੱਖਾਂ ਦੇ ਕੇਂਦਰੀ ਸਥਾਨ ਤੇ ਗੋਲੀਬਾਰੀ ਕਰਕੇ ਸਿੱਖਾਂ ਨੂੰ ਇੱਕ ਵਾਰ ਫਿਰ ਤੋਂ ਮੁੜ ਦੂਸਰੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾ ਰਹੀ ਹੈ। ਭਾਰਤ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਨੂੰ ਵੇਖ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਸੰਤ ਜਰਨੈਲ ਸਿੰਘ ਖਾਲਸਾ ਦੇ ਨੇੜਲੇ ਸਾਥੀ ਜਨਰਲ ਸੁਬੇਗ ਸਿੰਘ ਨੇ ਵੀ ਮੋਰਚਾਬੰਦੀ ਮਜ਼ਬੂਤ ਕਰਨ ਲਈ ਸਿੰਘਾਂ ਨੂੰ ਉਤਸ਼ਾਹਿਤ ਕਰ ਦਿੱਤਾ। ਸਿੰਘਾਂ ਨੇ ਵੀ ਫੌਜ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ, ਸ਼ਾਇਦ ਜਿਹੜੀ ਭਾਸ਼ਾ ਫੌਜ ਨੂੰ ਸਮਝ ਆਉਂਦੀ ਸੀ ਜਾਂ ਜਿਹੜੀ ਭਾਸ਼ਾ ਬੋਲਣ ਵਾਸਤੇ ਫੌਜ ਬਾਹਾਂ ਟੰਗ ਰਹੀ ਸੀ। 3 ਜੂਨ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਮੌਜੂਦ ਭਾਰਤੀ ਅਤੇ ਵਿਦੇਸ਼ੀ ਮੀਡੀਆ ਦੇ ਕੁਝ ਨਾਮਵਰ ਪੱਤਰਕਾਰ ਸੰਤ ਜਰਨੈਲ ਸਿੰਘ ਖਾਲਸਾ ਨੂੰ ਮਿਲਣ ਲਈ ਦਰਬਾਰ ਸਾਹਿਬ ਪੁੱਜਦੇ ਨੇ। ਉਹਨਾਂ ਵਿੱਚ ਪੱਤਰਕਾਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਸਨ ਉੱਘੇ ਪੱਤਰਕਾਰ ਸਤੀਸ਼ ਜੈਕਬ। ਇਸ ਟੀਮ ਵਿੱਚ ਪੱਤਰਕਾਰ ਬ੍ਰਹਮ ਚੈਲਾਨੀ, ਗੁਰਦੀਪ ਸਿੰਘ, ਮੋਹਿੰਦਰ ਸਿੰਘ, ਸੁਭਾਸ਼ ਕਿਰਪੇਕਰ ਅਤੇ ਜਸਪਾਲ ਸਿੰਘ ਆਦਿ ਮੌਜੂਦ ਸਨ। ਇਹਨਾਂ ਪੱਤਰਕਾਰਾਂ ਵੱਲੋਂ ਇੱਕ ਇੰਟਰਵਿਊ ਕੀਤੀ ਗਈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕੁਝ ਸਵਾਲ ਪੁੱਛੇ ਗਏ। ਉਹਨਾਂ ਵਿੱਚੋਂ ਇੱਕ ਸਵਾਲ ਇਹ ਸੀ ਕਿ ਜੇਕਰ ਫੌਜ ਅੰਦਰ ਆ ਗਈ ਤਾਂ ਤੁਸੀਂ ਉਹਨਾਂ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੋਗੇ ਤੇ ਆਤਮ ਸਮਰਪਣ ਕਰ ਦਿਓਗੇ। ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਸੰਤਾਂ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਹਜ਼ਾਰਾਂ ਭੇਡਾਂ ਨੂੰ ਸ਼ੇਰ ਇਕੱਲਾ ਹੀ ਕਾਬੂ ਕਰ ਸਕਦਾ ਹੈ। ਤੇ ਫਿਰ ਦੂਸਰਾ ਸਵਾਲ ਕੀਤਾ ਗਿਆ ਕਿ ਤੁਹਾਨੂੰ ਡਰ ਨਹੀਂ ਕਿ ਤੁਸੀਂ ਇਸ ਲੜਾਈ ਵਿੱਚ ਮਰ ਜਾਓਗੇ। ਤਾਂ ਉਹਨਾਂ ਨੇ ਉਹ ਜਵਾਬ ਦਿੱਤਾ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਲਿਖਿਆ ਪੜ੍ਹਦੇ ਹੋ। ਸੰਤਾਂ ਨੇ ਕਿਹਾ ਕਿ ਸਰੀਰਕ ਮੌਤ ਕੋਈ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ। ਸਿੱਖ ਮੌਤ ਤੋਂ ਨਹੀਂ ਡਰਦਾ ਅਤੇ ਜੋ ਡਰਦਾ ਹੈ ਉਹ ਸਿੱਖ ਨਹੀਂ ਹੁੰਦਾ। ਇਹਨਾਂ ਪੱਤਰਕਾਰਾਂ ਦੇ ਸ਼੍ਰੀ ਦਰਬਾਰ ਸਾਹਿਬ ਪੁੱਜਣ ਤੋਂ ਪਹਿਲਾਂ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਤਬਦੀਲ ਹੋ ਕੇ ਗਏ ਸਨ ਇੱਕ ਸੀਨੀਅਰ ਪੱਤਰਕਾਰ ਮਨਜੀਤ ਸਿੰਘ। ਉਹਨਾਂ ਦੀ ਸੰਤਾਂ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ। ਬਜ਼ੁਰਗ ਪੱਤਰਕਾਰ ਸਰਦਾਰ ਮਨਜੀਤ ਸਿੰਘ ਆਪਣੀ ਉਸ ਵੇਲੇ ਦੀ ਯਾਦ ਨੂੰ ਤਾਜ਼ਾ ਕਰਦੇ ਦੱਸਦੇ ਹੈ ਕਿ ਪੰਜਾਬ ਵਿੱਚ ਉਹਨਾਂ ਦਿਨਾਂ ਵਿੱਚ ਫੋਨ ਤੇ ਗੱਲ ਕਰਨੀ ਬੜੀ ਔਖੀ ਹੋ ਚੁੱਕੀ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਸੰਤਾਂ ਨਾਲ ਫੋਨ ਤੇ ਗੱਲਬਾਤ ਹੋ ਸਕੀ। ਉਹਨਾਂ ਯਾਦ ਕਰਦਿਆਂ ਕਿਹਾ ਕਿ ਮੈਂ ਆਪਣੇ ਸਾਰੇ ਸੂਤਰਾਂ ਤੋਂ ਪਤਾ ਲਾਇਆ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਮੈਂ ਸੰਤਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਆਪਣਾ ਤੌਖਲਾ ਜ਼ਾਹਰ ਕੀਤਾ ਤਾਂ ਅੱਗਿਓਂ ਸੰਤਾਂ ਨੇ ਪੂਰੇ ਜੋਸ਼ ਨਾਲ ਆਖਿਆ ਕਿ ਤੂੰ ਘਬਰਾ ਨਾ, ਫੱਟੇ ਚੱਕ ਦਿਆਂਗੇ। ਉਹਨਾਂ ਯਾਦ ਕਰਦਿਆਂ ਇਹ ਵੀ ਆਖਿਆ ਕਿ ਸੰਤਾਂ ਨੂੰ ਫਿਰ ਕਿਹਾ ਕਿ ਪੰਜਾਬ ਵਿੱਚ ਸਰਕਾਰ ਕੁਝ ਅਜਿਹਾ ਕਰਨ ਜਾ ਰਹੀ ਹੈ ਜਿਸ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਤਾਂ ਉਹਨਾਂ ਪੂਰੀ ਚੜ੍ਹਦੀ ਕਲਾ ਨਾਲ ਜਵਾਬ ਦਿੱਤਾ, ਮੈਂ ਸਭ ਜਾਣਦਾ ਹਾਂ, ਸਰਕਾਰ ਦੀ ਨੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ। ਤੇ ਉੱਘੇ ਪੱਤਰਕਾਰ ਸਤੀਸ਼ ਜੈਕਬ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਬਾਬਤ ਇੱਕ ਆਪਣੀ ਕਿਤਾਬ ਦੇ ਵਿੱਚ ਵਰਣਨ ਕਰਦਿਆਂ ਲਿਖਿਆ, ਸ਼ਾਇਦ ਤੁਸੀਂ ਵੀ ਪੜ੍ਹੀ ਹੋਵੇ, ਮੈਂ ਪੜ੍ਹੀ ਹੈ। ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ ਹੈ, ਸ਼੍ਰੀਮਤੀ ਇੰਦਰਾ ਗਾਂਧੀ ਦੀ ਅੰਤਮ ਲੜਾਈ। ਜੇ ਨਹੀਂ ਪੜ੍ਹੀ ਤਾਂ ਪੜ੍ਹ ਕੇ ਜ਼ਰੂਰ ਦੇਖਿਓ। ਉਹਦੇ ਵਿੱਚੋਂ ਲਿਖਦੇ ਨੇ ਕਿ ਮੈਂ ਸੰਤਾਂ ਨੂੰ ਜਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਿਲਿਆ ਤਾਂ ਉਹ ਕੁਝ ਤਲਖ ਨਜ਼ਰ ਆ ਰਹੇ ਸਨ। ਹਰ ਸਮੇਂ ਮੁਸਕਰਾ ਕੇ ਗੱਲ ਕਰਨ ਵਾਲੇ ਸੰਤ ਅੱਜ ਆਪਣੇ ਸੁਭਾਅ ਤੋਂ ਉਲਟ ਨਜ਼ਰ ਆ ਰਹੇ ਸਨ। ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸ਼ਾਮ ਤੱਕ ਮੋਰਚਾਬੰਦੀ ਹੋ ਚੁੱਕੀ ਸੀ ਅਤੇ ਇੰਤਜ਼ਾਰ ਸੀ ਦੁਸ਼ਮਣ ਦੇ ਪਹਿਲੇ ਹੱਲੇ ਦਾ। ਫਿਰ ਜਨਰਲ ਸੁਬੇਗ ਸਿੰਘ ਨੇ ਵੀ ਆਪਣੀਆਂ ਤਿਆਰੀਆਂ ਨੂੰ ਆਖਰੀ ਛੋਹਾਂ ਦੇ ਦਿੱਤੀਆਂ। ਸੰਤਾਂ ਦੇ ਨਾਲ ਰਹਿਣ ਵਾਲੇ ਸਿੰਘਾਂ ਦੇ ਉਹ ਮਾਲਾ ਵਾਲੇ ਹੱਥ, ਉਹ ਲਿਖਦਾ, ਬੰਦੂਕਾਂ ਤੇ ਜਾ ਚੁੱਕੇ ਸਨ। ਤੇ ਉਹਦੇ ਤੋਂ ਬਾਅਦ ਕੀ ਹੋਇਆ, ਆਉਣ ਵਾਲੇ ਦਿਨਾਂ ਵਿੱਚ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਇਸ ਘਟਨਾ ਨੂੰ ਤੁਹਾਡੇ ਰੂਬਰੂ ਕਰਦੇ ਰਹੀਏ। ਇੱਕ ਵਾਰੀ ਫਿਰ ਜਿਹੜੇ ਇਸ ਘੱਲੂਘਾਰੇ ਦੌਰਾਨ ਸ਼ਹਾਦਤਾਂ ਦਾ ਜਾਮ ਪੀ ਗਏ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ। ਤੇ ਹੁਣ ਆਹ ਜਿਹੜੀ ਅਗਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅਜੀਬ ਜੀ ਖਬਰ ਹੈ। ਕੋਈ ਗੁਆਚੀ ਚੀਜ਼ ਛੇਤੀ ਲੱਭਦੀ ਨਹੀਂ, ਜੇ ਲੱਭੇ ਤਾਂ ਤੁਹਾਨੂੰ ਪਤਾ ਹੈ ਕਿ ਖੁਸ਼ੀ ਕਿੰਨੀ ਹੁੰਦੀ ਹੈ। ਸਕਾਟਲੈਂਡ ਦੇ ਵਿੱਚੋਂ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ, ਜਿੱਥੋਂ ਇੱਕ ਵਿਅਕਤੀ ਦਾ ਇੱਕ ਪਰਸ ਚੋਰੀ ਹੋਇਆ, ਬਟੂਆ ਚੋਰੀ ਹੋਇਆ। ਤਕਰੀਬਨ 17 ਸਾਲਾਂ ਤੋਂ ਬਾਅਦ ਉਹਨੂੰ ਬਟੂਆ ਮਿਲ ਗਿਆ। ਇਹ ਘਟਨਾ 2004 ਦੀ ਹੈ, ਜਦੋਂ ਰਿਆਨ ਸਿਮੋਰ ਨਾਂ ਦਾ ਇੱਕ ਵਿਅਕਤੀ ਆਪਣੇ ਇੱਕ ਦੋਸਤ ਦੇ ਨਾਲ ਇੱਕ ਪੱਬ 'ਚ ਗਿਆ, ਬਾਥਰੂਮ ਗਿਆ, ਉੱਥੇ ਬਟੂਆ ਭੁੱਲ ਆਇਆ। ਥੋੜੀ ਦੇਰ ਬਾਅਦ ਉਹਨੂੰ ਚੇਤਾ ਆਇਆ ਕਿ ਮੈਂ ਬਟੂਆ ਕੱਢ ਕੇ ਰੱਖਿਆ ਸੀ। ਜਦ ਵਾਪਸ ਗਿਆ ਤੇ ਉੱਥੇ ਬਟੂਆ ਨਹੀਂ ਸੀ। ਉਹਨੂੰ ਪਤਾ ਲੱਗ ਗਿਆ ਕਿ ਕੋਈ ਚੋਰੀ ਕਰਕੇ ਲੈ ਗਿਆ, ਕੋਈ ਹੱਥ ਸਾਫ਼ ਕਰਕੇ ਹੈ।
ਸਿਮੌਰ ਦੇ ਦੱਸਣ ਮੁਤਾਬਕ ਬਟੂਏ ਵਿੱਚ ਉਸ ਵਕਤ 60 ਪਾਉਂਡ ਸੀ, ਉੱਥੋਂ ਦੀ ਕਰੰਸੀ ਹੈ, ਅਤੇ ਉਸਦੇ ਕਾਰਡ ਵੀ ਕੁਝ ਉਸ ਬਟੂਏ ਦੇ ਵਿੱਚ ਸੀ। ਚੋਰ ਨੇ ਉਹਨੂੰ ਬਾਥਰੂਮ ਦੇ ਵਿੱਚੋਂ ਚੋਰੀ ਕੀਤਾ, ਪੈਸਾ ਧੇਲਾ ਵਿੱਚੋਂ ਕੱਢਿਆ ਅਤੇ ਨੇੜੇ ਝਾੜੀਆਂ ਵਿੱਚ ਸੁੱਟ ਕੇ ਰਫੂ ਚੱਕਰ ਹੋ ਗਿਆ। ਅਤੇ ਇਹ ਉਹੀ ਥਾਂ ਸੀ ਜਿੱਥੇ ਲਗਭਗ 4 ਹਫ਼ਤੇ ਪਹਿਲਾਂ ਪੱਬ ਦੇ ਬਿਲਕੁਲ ਨੇੜਿਓਂ ਸੜਕ ਦੀਆਂ ਨੇੜੇ ਖੜੀਆਂ ਝਾੜੀਆਂ ਦੇ ਵਿੱਚੋਂ ਇਹ ਬਟੂਆ ਹਥਿਆ ਗਿਆ। ਬਟੂਆ ਮਿਲਣ ਤੋਂ ਬਾਅਦ ਪੁਲਿਸ ਨੇ ਸਿਮੌਰ ਨਾਲ ਸੰਪਰਕ ਕੀਤਾ। ਬਟੂਆ ਸਿਮੌਰ ਦੇ ਸੁਪੁਰਦ ਕਰ ਦਿੱਤਾ ਗਿਆ। ਬੀਤੇ ਸ਼ਨੀਚਰਵਾਰ ਨੂੰ ਆਪਣਾ ਬਟੂਆ ਮੁੜ ਪ੍ਰਾਪਤ ਕਰਕੇ ਪੁਰਾਣੇ ਕਾਰਡਾਂ ਤੇ ਲਗਭਗ 17 ਵਰ੍ਹਿਆਂ ਦੀ ਪਹਿਲੀ ਤਸਵੀਰ ਤੇ ਕਾਰਡ ਦੇਖ ਕੇ ਬੜੀ ਖੁਸ਼ੀ ਮਹਿਸੂਸ ਕੀਤੀ। ਪਰ ਇਹ ਘਟਨਾ ਇਹ ਸਾਬਤ ਕਰਦੀ ਹੈ ਕਿ ਵਿਅਕਤੀ ਨੂੰ ਆਸ ਕਦੇ ਨਹੀਂ ਛੱਡਣੀ ਚਾਹੀਦੀ ਕਿ ਗੁਆਚੀ ਚੀਜ਼ ਮਿਲੇਗੀ ਜਾਂ ਨਹੀਂ। ਪਰ ਇੱਕ ਗੱਲ ਤਾਂ ਹੈ ਕਿ ਤੁਸੀਂ ਇਹ ਦੇਖੋ ਕਿ ਜਿਸ ਵਿਅਕਤੀ ਨੇ ਉਹ ਪੈਸਾ ਧੇਲਾ ਜੇ ਚੋਰੀ ਕੀਤਾ ਸੀ, ਜੇ ਉਹਦੇ ਚੋਂ ਪਾਉਂਡ ਚੋਰੀ ਕਰਕੇ ਬਾਕੀ ਉੱਥੇ ਹੀ ਛੱਡ ਜਾਂਦਾ, ਉਹਦੀਆਂ ਵਿੱਚ ਆਈਡੀਆਂ ਸੀ, ਉਹਦੇ ਕੇਅਰ ਕਾਰਡ ਸੀ ਤੇ ਉਹਦੇ ਕੁਝ ਕ੍ਰੈਡਿਟ ਕਾਰਡ ਸੀ। 17 ਵਰ੍ਹਿਆਂ ਤੋਂ ਬਾਅਦ ਬਟੂਆ ਮਿਲਿਆ। ਆ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਬੰਦਾ ਖੁਸ਼ ਬੜਾ ਹੈ। ਅਗਲੀ ਖਬਰ ਵੀ ਅਤੀਤ ਨਾਲ ਜੁੜੀ ਖਬਰ ਹੈ, ਪਰ ਖਬਰ ਕੈਨੇਡਾ ਦੀ ਹੈ। ਖਬਰ ਬੜੀ ਮੰਦਭਾਗੀ ਹੈ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਆਖਿਆ ਕਿ ਕੈਨੇਡਾ ਦੇ ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ ਉਸ ਬਸਤੀਵਾਦੀ ਨੀਤੀ ਦਾ ਹਿੱਸਾ ਨੇ ਜਿਨ੍ਹਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਅਤੇ ਸੱਭਿਆਚਾਰ ਸੰਸਕ੍ਰਿਤੀ ਮਿਟਾਉਣ ਲਈ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ BC ਦਾ ਸ਼ਹਿਰ ਹੈ ਕੈਮਲੂਪਸ, ਉੱਥੇ ਆਦਿਵਾਸੀਆਂ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ 215 ਬੱਚੇ ਦਫਨਾਏ ਜਾਣ ਦੀਆਂ ਲਾਸ਼ਾਂ ਮਿਲਣ ਦੀ ਇੱਕ ਘਟਨਾ ਕੈਨੇਡਾ ਦੀ ਇੱਕ ਵੱਡੀ ਤਰਾਸਦੀ ਹੈ। ਦੱਸਣਾ ਬਣਦਾ ਹੈ ਕਿ BC ਦੇ ਸੈਲਿਸ਼ ਭਾਸ਼ਾ ਬੋਲਣ ਵਾਲੀ ਇੱਕ ਫਸਟ ਨੇਸ਼ਨ ਦੀ ਪ੍ਰਮੁੱਖ, ਉਸ ਗਰੁੱਪ ਦੀ ਪ੍ਰਮੁੱਖ ਹੈ ਰੋਜ਼ਨ ਕੈਸਮਿਰ। ਉਹਨਾਂ ਨੇ ਆਖਿਆ ਕਿ ਜ਼ਮੀਨ ਦੇ ਹੇਠਾਂ ਦੀਆਂ ਵਸਤਾਂ ਦਾ ਪਤਾ ਲਗਾਉਣ ਵਾਲੀ ਰਡਾਰ ਦੀ ਮਦਦ ਦੇ ਨਾਲ 215 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਇਹਨਾਂ ਵਿੱਚੋਂ ਤੁਸੀਂ ਹੈਰਾਨ ਹੋਵੋਗੇ ਕਿ ਕੁਝ ਇੱਕ ਦੀ ਉਮਰ 3 ਸਾਲਾਂ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਹ ਇੱਕ ਅਜਿਹਾ ਨੁਕਸਾਨ ਹੈ ਜਿਸ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਅਤੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ ਦੇ ਵਿੱਚ ਇਹ ਮੌਤਾਂ ਦਾ ਜ਼ਿਕਰ ਵੀ ਨਹੀਂ। ਇਹ ਉਹ ਤੋਂ ਵੀ ਵੱਡੀ ਤਰਾਸਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ਦੇ ਵਿੱਚ ਇੱਕ ਐਮਰਜੈਂਸੀ ਡਿਬੇਟ ਦੌਰਾਨ ਕਿਹਾ ਕਿ ਅਤੀਤ ਦੀਆਂ ਤਰਾਸਦੀਆਂ ਲਈ ਮੁਆਫੀ ਮੰਗ ਲੈਣਾ ਹੀ ਕਾਫੀ ਨਹੀਂ। ਉਹ ਇਹ ਉਹਨਾਂ ਬੱਚਿਆਂ ਲਈ ਕਹਿੰਦੇ ਕਾਫੀ ਨਹੀਂ ਜਿਨ੍ਹਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਉਹਨਾਂ ਕੋਲੋਂ ਸਦਾ ਵਾਸਤੇ ਖੁੱਸ ਗਏ। ਇਹ ਉਹਨਾਂ ਦੇ ਪਰਿਵਾਰਾਂ, ਉਹਨਾਂ ਦੇ ਬੱਚਿਆਂ ਤੇ ਭਾਈਚਾਰਿਆਂ ਦੇ ਵਾਸਤੇ ਬਹੁਤ ਦੁਖਦਾਇਕ ਅਤੇ ਨਾ ਕਾਫੀ ਹੈ। ਸਿਰਫ ਆਪਣੇ ਕਦਮਾਂ ਨਾਲ ਅਸੀਂ ਬਿਹਤਰ ਰਸਤਾ ਚੁਣ ਸਕਦੇ ਹਾਂ। ਇਹ ਪ੍ਰਧਾਨ ਮੰਤਰੀ ਟਰੂਡੋ ਦੇ ਸ਼ਬਦ ਨੇ। ਉਹਨਾਂ ਆਖਿਆ ਕਿ ਬੱਚਿਆਂ ਨੂੰ ਕਦੇ ਇਹਨਾਂ ਕਥਿਤ ਸਕੂਲਾਂ ਤੇ ਅਜਿਹੀਆਂ ਥਾਵਾਂ ਤੇ ਨਹੀਂ ਭੇਜਿਆ ਜਾਣਾ ਚਾਹੀਦਾ ਜਿੱਥੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਸਦਾ ਲਈ ਵੱਖ ਕਰ ਦਿੱਤਾ ਜਾਵੇ, ਜਿੱਥੇ ਉਹਨਾਂ ਨੂੰ ਇਕੱਲਤਾ ਨਾਲ ਜੂਝਣਾ ਪਵੇ, ਜਿੱਥੇ ਉਹਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇ। ਇਹ ਕੈਨੇਡਾ ਦੀ ਗਲਤੀ ਹੈ। ਦੇਖੋ ਕਿ ਆਹ ਖੂਬਸੂਰਤੀਆਂ ਨੇ ਇਹਨਾਂ ਮੁਲਕਾਂ ਦੀਆਂ। ਅਸੀਂ ਕਹੀ ਜਾਂਦੇ ਹਾਂ ਕਿ 84 ਦੀ ਮੁਆਫੀ ਮੰਗ ਲਓ ਜੀ, ਨਹੀਂ ਮੰਗਦੇ ਅਗਲੇ ਕੀ ਕਰਾਂਗੇ। ਪਰ ਜੇਕਰ ਬੀਤੀ ਸਦੀ ਦਾ ਕੁਝ ਸਾਹਮਣੇ ਆਇਆ ਤੇ ਉਹ ਕਹਿੰਦੇ ਗਲਤੀ ਮੰਗ ਲੈਣ ਨਾਲ ਕੋਈ ਕਾਫੀ ਨਹੀਂ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਕੈਨੇਡਾ ਦੇ ਕਿਸੇ ਰਿਹਾਇਸ਼ੀ ਸਕੂਲ ਕੰਪਲੈਕਸ ਦੇ ਵਿੱਚੋਂ ਦਫਨ ਹੋਈਆਂ 215 ਬੱਚੀਆਂ ਦੀਆਂ ਲਾਸ਼ਾਂ ਮਿਲਣ ਨਾਲ ਬਹੁਤ ਵੱਡਾ ਹੜਕੰਪ ਮਚਿਆ। ਪਰ ਸ਼ਾਇਦ ਇਹ ਇਕਲੌਤੀ ਘਟਨਾ ਨਹੀਂ। ਇਸ ਸਕੂਲ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਮੰਨਿਆ ਜਾਂਦਾ ਰਿਹਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਭਾਈਚਾਰਕ ਨੇਤਾਵਾਂ ਨੇ ਮੰਗ ਕੀਤੀ ਸੀ ਕਿ ਉਸ ਹਰ ਜਗ੍ਹਾ ਦੀ ਜਾਂਚ ਕੀਤੀ ਜਾਵੇ ਜਿੱਥੇ ਅਤੀਤ ਦੇ ਵਿੱਚ ਕਿਤੇ ਰਿਹਾਇਸ਼ੀ ਸਕੂਲ ਰਿਹਾ ਹੈ। ਇਸ ਘਟਨਾ ਦੀ ਪਿੱਠ ਭੂਮੀ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਆਹ ਟਿੱਪਣੀਆਂ ਕੀਤੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਦੱਸਣਾ ਬਣਦਾ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ 15,000 ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ਵਿੱਚ ਅਪਣਾਉਣ ਦੇ ਤੌਰ ਤੇ ਸਰਕਾਰ ਦੇ ਵਿੱਤ ਪੋਸ਼ਣ ਵਾਲੇ ਈਸਾਈ ਸਕੂਲਾਂ ਵਿੱਚ ਪੜ੍ਹਨਾ ਪੈਂਦਾ ਸੀ। ਉਹਨਾਂ ਨੂੰ ਈਸਾਈ ਧਰਮ ਗ੍ਰਹਿਣ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਉਹਨਾਂ ਸਕੂਲਾਂ ਵਿੱਚ ਉਹਨਾਂ ਦੀ ਮਾਤ ਭਾਸ਼ਾ ਉਹਨਾਂ ਨੂੰ ਬੋਲਣ ਨਹੀਂ ਸੀ ਦਿੱਤੀ ਜਾਂਦੀ। ਪਰ ਇਹਦੇ ਤੇ ਮੈਂ ਟਿੱਪਣੀ ਕਰਨੀ ਚਾਹੁੰਦਾ, ਜੇ ਅਸੀਂ ਆਪਣੇ ਵਾਲੇ ਪਾਸੇ ਵੇਖੀਏ, ਅੱਜ ਵੀ ਕੁਝ ਇੱਕ ਇਸ ਤਰ੍ਹਾਂ ਦੇ ਸਕੂਲ ਪੰਜਾਬ 'ਚ ਮੌਜੂਦ ਨੇ ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਸਜ਼ਾ ਦਿੱਤੀ ਜਾਂਦੀ ਹੈ।
ਅੱਜ ਅਸੀਂ 19ਵੀਂ ਸਦੀ ਦੇ ਕੈਨੇਡਾ ਦੇ ਕੁਝ ਸਕੂਲਾਂ ਦਾ ਜ਼ਿਕਰ ਕਰ ਰਹੇ ਹਾਂ, ਪਰ ਕੱਲ੍ਹ ਨੂੰ ਇਸੇ ਤਰ੍ਹਾਂ ਜ਼ਿਕਰ ਕੀ ਪੰਜਾਬ ਦੇ ਸਕੂਲਾਂ ਦਾ ਵੀ ਹੋਇਆ ਕਰੇਗਾ। ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਬੱਚੇ ਅੰਗਰੇਜ਼ੀ ਪੜ੍ਹਨ ਜੀ ਸਦ ਕੇ ਪੜ੍ਹਨ, ਹਿੰਦੀ ਪੜ੍ਹਨ ਜੀ ਸਦ ਕੇ ਪੜ੍ਹਨ, ਪਰ ਪੰਜਾਬੀ ਬੋਲਣ ਤੋਂ ਕਿਉਂ ਡੱਕਿਆ ਜਾਂਦਾ ਹੈ। ਪਤਾ ਲੱਗਿਆ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਕੁੱਟਿਆ ਜਾਂਦਾ ਸੀ, ਉਹਨਾਂ ਨੂੰ ਇਤਰਾਜ਼ਯੋਗ ਸ਼ਬਦ ਆਖੇ ਜਾਂਦੇ ਸਨ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6000 ਬੱਚਿਆਂ ਦੀ ਮੌਤ ਹੋ ਗਈ ਸੀ। ਤੁਸੀਂ ਦੇਖੋ ਕਿ ਕਮਾਲ ਦੀ ਗੱਲ ਹੈ। ਇਹਦੇ ਉੱਤੇ, ਇਸ ਦੁਰਵਿਹਾਰ ਦੇ ਉੱਤੇ ਵਿਸਤ੍ਰਿਤ ਰਿਪੋਰਟ ਪਹਿਲਾਂ ਵੀ ਇੱਕ ਪ੍ਰਕਾਸ਼ਿਤ ਹੋਈ ਸੀ। ਕੈਨੇਡਾ ਸਰਕਾਰ ਨੇ 2008 ਵਿੱਚ ਇਸ ਮਾਮਲੇ ਤੇ ਸੰਸਦ ਵਿੱਚ ਮੁਆਫੀ ਵੀ ਮੰਗੀ ਸੀ, ਜਿਸ ਦੇ ਕਾਰਨ ਜਸਟਿਨ ਟਰੂਡੋ ਨੇ ਕਿਹਾ ਕਿ ਮੁਆਫੀ ਮੰਗ ਲੈਣਾ ਕਾਫੀ ਨਹੀਂ। ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਵਾਸਤੇ ਜਾਂਦੇ ਆ, ਸਰੀਰਕ ਜਾਂ ਜਿਨਸੀ ਸ਼ੋਸ਼ਣ ਵਾਸਤੇ ਨਹੀਂ ਜਾਂਦੇ, ਪਰ ਉਸ ਰਿਪੋਰਟ ਵਿੱਚ ਇਹ ਗੱਲ ਸਵੀਕਾਰੀ ਗਈ ਸੀ। ਕੈਮਲੂਪਸ ਤੇ ਜਿਸ ਮੈਂ ਸਕੂਲ ਦੀ ਗੱਲ ਕਰ ਰਹੇ ਹਾਂ, ਇਹ ਸਕੂਲ 1890 ਤੋਂ ਲੈ ਕੇ 1969 ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ, ਭਾਵ ਫੈਡਰਲ ਗੌਰਮੈਂਟ ਨੇ, ਕੈਥੋਲਿਕ ਚਰਚ ਤੋਂ ਇਸ ਦਾ ਸੰਚਾਲਨ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਪਰ ਕੈਨੇਡੀਅਨ ਇਤਿਹਾਸ ਦੇ ਵਿੱਚ ਇਹ ਹਮੇਸ਼ਾ ਵਾਸਤੇ ਕਾਲਾ ਧੱਬਾ ਰਹੇਗਾ। ਅਗਲੀ ਖਬਰ ਆਪਾਂ ਕਰਦੇ ਹਾਂ ਕਿਸਾਨੀ ਅੰਦੋਲਨ ਦੀ। ਬੀਤੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਢਾਣਾ ਦੇ ਵਿੱਚ ਜਜਪਾ ਦੇ ਇੱਕ ਵਿਧਾਇਕ ਦਾ ਟਾਕਰਾ ਕਿਸਾਨਾਂ ਨਾਲ ਹੋ ਗਿਆ ਸੀ, ਕਿਉਂਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ, ਭਾਜਪਾ ਅਤੇ ਜਜਪਾ ਦੀ ਗੱਠਜੋੜ ਸਰਕਾਰ ਹੈ, ਤੇ ਜਜਪਾ ਦਾ ਵਿਧਾਇਕ ਦਵਿੰਦਰ ਬਬਲੀ 2 ਦਿਨ ਪਹਿਲਾਂ ਕਿਸਾਨਾਂ ਨੂੰ ਟੱਕਰਿਆ ਤੇ ਉਹਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਉਹ ਕਿਸਾਨਾਂ ਦੇ ਖਿਲਾਫ ਗਾਲੀ ਗਲੋਚ ਕਰ ਰਿਹਾ ਸੀ ਤੇ ਕਿਸਾਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਭਾਵ ਐਸਡੀਐਮ ਦੇ ਦਫ਼ਤਰ ਦਾ ਘਿਰਾਓ ਕੀਤਾ ਇਸ ਘਟਨਾ ਨੂੰ ਲੈ ਕੇ। ਉੱਘੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਵਿਧਾਇਕ ਦਵਿੰਦਰ ਸਿੰਘ ਬਬਲੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਜਾਂ ਫਿਰ ਉਹ ਕਿਸਾਨਾਂ ਵਿੱਚ ਆਵੇ, ਮੁਆਫੀ ਮੰਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਜਿਹੜੇ ਕੇਸ ਦਰਜ ਕੀਤੇ ਹੈ ਉਹ ਵਾਪਸ ਲੈਣ ਦੀ ਮੰਗ ਵੀ ਰੱਖੀ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਘਿਰਾਓ ਕਰਦੇ ਰਹਾਂਗੇ। ਤੇ ਨਾਲ ਉਹਨਾਂ ਨੇ ਇਹ ਵੀ ਮੰਗ ਕਰ ਦਿੱਤੀ ਕਿ ਟੋਹਾਣਾ ਦੇ ਵਿਧਾਇਕ ਦੇ ਖਿਲਾਫ ਜੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ 7 ਜੂਨ ਨੂੰ 2 ਘੰਟਿਆਂ ਦੇ ਵਾਸਤੇ ਹਰਿਆਣਾ ਦੇ ਜਿੰਨੇ ਵੀ ਥਾਣੇ ਨੇ ਸਾਰਿਆਂ ਦਾ ਘਿਰਾਓ ਕਰਾਂਗੇ। ਦੱਸਣਾ ਬਣਦਾ ਕਿ ਇੱਕ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਨ ਵਾਸਤੇ ਦਵਿੰਦਰ ਬਬਲੀ ਆਏ ਤੇ ਉਹਨਾਂ ਦਾ ਕਿਸਾਨਾਂ ਨੇ ਘਿਰਾਓ ਕੀਤਾ। ਕਿਸਾਨਾਂ ਨੇ ਜਿੱਥੇ ਬਬਲੀ ਤੇ ਗਾਲੀ ਗਲੋਚ ਕਰਨ ਦਾ ਦੋਸ਼ ਲਾਇਆ, ਉੱਥੇ ਵਿਧਾਇਕ ਨੇ ਬਾਅਦ ਵਿੱਚ ਇੱਕ ਵੀਡੀਓ ਜਾਰੀ ਕਰਕੇ ਆਖਿਆ ਕਿ ਮੇਰੇ ਤੇ ਕਿਸਾਨ ਜਾਨਲੇਵਾ ਹਮਲਾ ਕਰਨ ਆਏ ਸੀ, ਇਸ ਕਰਕੇ ਉੱਥੇ ਘਟਨਾ ਵਾਪਰ ਗਈ। ਪਰ ਮੈਂ ਇੱਥੇ ਦੱਸ ਦਿਆਂ ਕਿ ਕਿਸਾਨਾਂ ਨੇ ਹਰਿਆਣਾ ਵਿੱਚ ਕਿਹਾ ਹੋਇਆ ਹੈ ਕਿ ਨਾ ਜਜਪਾ ਦਾ ਨਾ ਭਾਜਪਾ ਦਾ ਕੋਈ ਵੀ ਵਿਧਾਇਕ ਕਿਸੇ ਪਿੰਡ ਜਾਂ ਕਿਸੇ ਸ਼ਹਿਰ ਵਿੱਚ ਆਵੇ ਨਾ, ਜੇ ਆਊ ਤਾਂ ਵਿਰੋਧ ਦਾ ਸਾਹਮਣਾ ਉਹਨੂੰ ਕਰਨਾ ਪਊ। ਤੇ ਇੱਥੇ ਫਿਰ ਬਾਅਦ 'ਚ ਲਾਠੀ ਚਾਰਜ ਵੀ ਹੋਇਆ ਸੀ, ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ। ਦੂਸਰੇ ਪਾਸੇ ਇਸ ਜਜਪਾ ਵਿਧਾਇਕ ਦਵਿੰਦਰ ਬਬਲੀ ਨੂੰ ਟੋਹਾਣਾ ਵਿੱਚ ਘੇਰਨ ਦੀ ਜਿਹੜੀ ਘਟਨਾ ਵਾਪਰੀ, ਇਸ ਟਕਰਾਅ ਵਾਲੀ ਸਥਿਤੀ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨਿਲ ਵਿਜ, ਉਹਨਾਂ ਨੇ ਵੀ ਇੱਕ ਤੱਤਾ ਬਿਆਨ ਦੇ ਦਿੱਤਾ। ਲੱਗਦਾ ਕਿ ਵਿਰੋਧ ਹੋਰ ਵਧੂ। ਉਹ ਕਹਿੰਦੇ ਹਰਿਆਣਾ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਆਪਣੇ ਦਾਇਰੇ ਵਿੱਚ ਰਹਿਣ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ, ਨਹੀਂ ਤੇ ਫਿਰ ਉਹ ਕਾਰਵਾਈ ਵਾਸਤੇ ਤਿਆਰ ਰਹਿਣ। ਪਰ ਇੱਥੇ ਮੈਂ ਟਿੱਪਣੀ ਕਰਨੀ ਚਾਹੁੰਦਾ ਕਿ ਕਿਸਾਨ ਤਾਂ ਪਹਿਲਾਂ ਹੀ ਆਖ ਚੁੱਕੇ ਹੈ ਕਿ ਜਿਹੜੀ ਵੀ ਸੱਤਾਧਾਰੀ ਧਿਰ ਹੈ, ਭਾਵੇਂ ਉਹ ਭਾਜਪਾ ਵਾਲੇ ਨੇ, ਭਾਵੇਂ ਉਹਨਾਂ ਦੇ ਸਹਿਯੋਗੀ ਜਜਪਾ ਵਾਲੇ, ਨਾ ਕਿਸੇ ਪਿੰਡ ਨਾ ਕਿਸੇ ਸ਼ਹਿਰ ਆਉਣ, ਜੇ ਆਉਣ ਤਾਂ ਸਾਡੀ ਗੱਲ ਤਾਂ ਅੱਗੇ ਤੱਕ ਪਹੁੰਚਾ ਦੇਣ ਕਿ ਅਸੀਂ ਚਾਹੁੰਦੇ ਕੀ ਹਾਂ। ਇਹ ਇੱਕ ਵਾਰ ਨਹੀਂ ਹੋਇਆ। ਹਰਿਆਣੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੁਝ ਵਿਧਾਇਕ ਤੇ ਕਈ ਸੰਸਦ ਮੈਂਬਰਾਂ ਦਾ ਵੀ ਲਗਾਤਾਰ ਇਸੇ ਤਰ੍ਹਾਂ ਘਿਰਾਓ ਜਾਰੀ ਹੈ। ਤੇ ਅਗਲੀ ਖਬਰ ਯੂਪੀ ਦੀ ਲਖਨਊ ਵਿੱਚੋਂ ਆ ਰਹੀ ਹੈ। ਯੂਪੀ ਦੀ ਰਾਜਧਾਨੀ ਹੈ ਲਖਨਊ। ਲਖਨਊ ਦੇ ਵਿੱਚ ਇੱਕ ਪਰਿਵਾਰ ਤੇ ਕਰੋਨਾ ਕਹਿਰ ਬਣ ਕੇ ਟੁੱਟ ਗਿਆ। ਕਰੋਨਾ ਇਸ ਇੱਕੋ ਹੀ ਪਰਿਵਾਰ ਦੇ 7 ਮੈਂਬਰਾਂ ਨੂੰ ਨਿਗਲ ਗਿਆ। ਪਰਿਵਾਰ 'ਚ ਇੱਕ ਬਜ਼ੁਰਗ ਰਹਿ ਗਿਆ। ਇਹ ਬਜ਼ੁਰਗ ਹੁਣ ਕਹਿੰਦਾ ਮੈਂ ਇੰਨੀਆਂ ਇਕੱਠੀਆਂ ਲਾਸ਼ਾਂ ਦਾ ਬੋਝ ਨਹੀਂ ਝੱਲ ਸਕਦਾ, ਦੁੱਖ ਨਹੀਂ ਸਹਿ ਨਹੀਂ ਸਕਦਾ। ਉਹਨਾਂ ਨੂੰ ਵੀ ਦਿਲ ਦਾ ਦੌਰਾ ਪਿਆ, ਆਖਿਰਕਾਰ ਮੌਤ ਹੋ ਗਈ। ਪਰਿਵਾਰ ਦੇ 8 ਮੈਂਬਰਾਂ ਦੀ ਮੌਤ
बीते 20 दिनों में हो गई है। आ बीते सोमवार को 5 लोगों का इकट्ठिया का 13वीं की गई। इन्हां विच 4 सके भरा ने। पीड़ित परिवार को प्रशासन तो हाले मदद का इंतजार है पर मिली नहीं। लखनऊ के नाल सट्टे इमलिया पूर्वा पिंड के रहने वाले ओमकार यादव के परिवार करोना के भेंट चढ़े ने। परिवार के मैंबर 25 अप्रैल तो लैके 15 मई के दौरान करोना की लपेट में आते गए। उन्हों की मौत भी होंदी गई। ओमकार ने दस्सिया कि उन्होंने 4 भरा, उन्हों की माँ और 2 भैनों की मौत इस कोविड ने अपनी बुक्कड़ में आगोश में लै लिया तो इस करोना के कारण उन्हों की मौत हो गई है। उन्होंने दस्सिया कि वड्डी माँ धीआं की मौत बर्दाश्त कित्थे हुंदी है। जदों एक की मौत हुंदी सी तां दूसरा सदमे दे विच जहान तो तुरदा रहा। दिल का दौरा पैण कारण उन्हां दी मौत हुंदी चली गई। ओमकार ने दस्सिया कि पूरा परिवार कोविड की लपेट में आया सी। आ बड़ा दुखदायक है यह घटनाक्रम। वो कहते सवेरे 10 बजे असी अपनी माता का अंतिम संस्कार किया। दोपहर को 3 होर भरावां दा। रेल अधिकारी ने कहते परिवार के मैंबरों को एक हस्पताल तक भर्ती करवा दिता सी। इसी दौरान वो कहते मेरे वड्डे भरा की मौत हो गई, फिर एक छोटे भरा की मौत हो गई। ओमकार ने दस्सिया कि तुसी देखो कि एक एक करके मेरे परिवार के 8 जी तुर गए ने, पर हाले तक कोई भी सरकारी अधिकारी प्रशासनिक अधिकारी मदद करने वास्ते नहीं आया। वो कहते साडे बच्चों की पढ़ाई दवाई की चिंता हुण मैनूं वड्ड वड्ड खा रही है। मैनूं तो आले दुआले इंज जापदा जिवें मेरी दुनिया ही सुन्नी हो गई होवे। शायद ये खबर तुहानूं छोटी लग रही होवे। मैं तुहानूं सच दसदा, मैं भी जदों तुहाडे नाल खबर साझी करिया कई बारी उखड़िया मैं खबर तुहाडे नाल साझी करदे हां, क्योंकि किसी एक जी का भी इस जहान तो तुर जाना, उहदा विछोड़ा झलना बड़ा मुश्किल है। इक्को ही परिवार दे विचों सके 4 भरा, मां भैणां ते बजुर्गां दा तुर जाना किवें चल हुंदा हो। कंधां खाण नूं आउंदियां होणगीਆਂ। अपने आप दे विच इह तों वड्डी त्रासदी नहीं हो सकती कि इक्को ही परिवार दे 8 जी 20 दिनां दे अंदर अंदर तुर गए होण। परिवार नाल डूंघी हमदर्दी का इजहार ही किया जा सकता है। तो आह खबर खास करके इस जून के पहले हफ्ते दे विच फिर वड्डी है, क्योंकि 1 जून ते 2015 तो बाद 6 वरे बीत चुके ने, हाले तक बेअदबी का इंसाफ नहीं मिलिया। पर हुण जांच काफ़ी तेज़ हो गई है। बेअदबी मामले की जांच कर रही सिट IG परमार की अगवाई वाली सिट ने वड्डा खुलासा कर दिता है। सिट ने खुलासा किया कि डेरा सिरसा के मुखी गुरमीत राम रहीम का कथित तौर पर अरमान का बदला लैण के वास्ते डेरा प्रेमियों के वलों गुरु ग्रंथ साहब जी की बेअदबी गिण मिथ के जानबुझ के की गई। सिट के वलों जांच बारे तैयार किए गए एक नोट के विच दस्सिया गया कि डेरे दे प्रेमी महेंद्रपाल सिंह बिट्टू अते उन्हां दे साथियों ने बेअदबी दी घटनावां नूं खुद अंजाम दिता। इत्थे यह भी दसना बनता है कि बेअदबी के दोषी महेंद्रपाल बिट्टू का नाभा जेल੍ਹ ਦੇ ਵਿੱਚ गैंगस्टरां ने कतल कर दिता सी। सिट मुताबक इन्हां मुलजमां दे विच सुखजिंदर सिंह सनी कंडा, शक्ति सिंह, रणजीत सिंह उर्फ भोला, बलजीत सिंह, निशान सिंह, प्रदीप सिंह उर्फ राजू दोधी, रणदीप सिंह उर्फ नीला अते कुछ होर व्यक्ति शामिल सी। नीला नूं छड्ड के सारे मुलजमां नूं परमार की अगवाई वाली टीम ने 16 मई को गिरफ्तार किया सी। इन्हां लोकां नूं ऑपरेशन सर्जिकल स्ट्राइक तहत गिरफ्तार किया गया सी। जिहड़ी जानकारी मिल रही है उस जानकारी के मुताबक नोट विच दस्सिया गया है कि इन्हां दी गिरफ्तारी कोई सौखी नहीं सी। ये मुलजम वख-वख एजेंसियां का सामना भी कर चुके सन अते इन्हां ने पिछले 6 वरियां विच वख-वख लीगल चैनलों राही गिरफ्तारी तो बचण का हर हीला वसीला भी किया सी। गिरफ्तारी वाली गल यह है कि क्यों औखा सी, क्योंकि जदों एक व्यक्ति तो वार-वार कोई सिट जां कोई संबंधित एजेंसी जांच करती है तो फिर उन्होंने पता लग जाता कि जांच तो बचना किवें है, तो फिर उन्होंने हर हीला वसीला भी वरतना सीख लिया सी। भाव 6 वरियां दे विच काफ़ी वो दा पेच सीख चुके सन। पर दिलचस्प गल यह है कि गिरफ्तार किए गए व्यक्तियों की सूची विच डेरे दे उन्हां ही प्रेमियों का टोला शामिल है जिन्हां दा जिक्र IG माफ करना DIG सी। DIG रणवीर सिंह खटड़ा की अगवाई वाली पहली सिट ने किया सी।
ਖੱਟੜਾ ਦੀ ਰਿਪੋਰਟ ਸਰਕਾਰ ਨੇ ਪ੍ਰਵਾਨ ਨਹੀਂ ਸੀ ਕੀਤੀ। ਸੀਬੀਆਈ ਨੇ ਵੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਡੇਰਾ ਪ੍ਰੇਮੀ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖੱਟੜਾ ਦੀ ਅਗਵਾਈ ਵਾਲੀ ਸਿੱਟ ਵੀ ਭੰਗ ਕਰ ਦਿੱਤੀ ਸੀ ਤੇ ਫਿਰ ਨਵੀਂ ਸਿੱਟ ਦਾ ਗਠਨ ਕਰਦੇ ਹੋਏ ਆਈਜੀ ਐਸਪੀਐਸ ਪਰਮਾਰ ਨੂੰ ਸਿੱਟ ਦਾ ਅਗਲਾ ਮੁਖੀ ਥਾਪਿਆ ਗਿਆ ਸੀ। ਇਸ ਨੋਟ ਦੇ ਵਿੱਚ ਆਖਿਆ ਗਿਆ ਕਿ ਇਹ ਸਭ ਦੀ ਸਾਜ਼ਿਸ਼ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੇ ਡੇਰਾ ਮੁਖੀ ਦੇ ਅਪਮਾਨ ਦਾ ਬਦਲਾ ਲੈਣ ਲਈ ਘੜੀ ਸੀ। ਬਿੱਟੂ ਦੇ ਖਾਸ ਮਖਾਸ ਸੁਖਜਿੰਦਰ ਸਿੰਘ ਉਰਫ ਸਨੀ ਕੰਡਾ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ। ਸਨੀ ਕੰਡਾ ਨੇ ਹੀ ਆ ਮੰਦੀ ਭਾਸ਼ਾ ਵਾਲੇ ਜਿਹੜੇ ਪੋਸਟਰ ਉਹ ਲਿਖ ਕੇ ਕੰਧਾਂ ਤੇ ਚਿਪਕਾਏ, ਗੁਰੂ ਸਾਹਿਬ ਦੇ ਅੰਗ ਪਾੜ ਕੇ ਬਰਗਾੜੀ ਵਿੱਚ ਸੁੱਟੇ ਖਿਲਾਰੇ। ਸਨੀ ਤੇ ਸ਼ਕਤੀ ਨੇ ਬਾਅਦ ਵਿੱਚ ਫਟੇ ਹੋਏ ਸਰੂਪ ਨੂੰ ਫਿਰ ਬਿੱਟੂ ਨੂੰ ਸੌਂਪ ਦਿੱਤਾ। ਰਾਜੂ ਦੋਧੀ ਨੇ ਸਰੂਪ ਦੇ ਪਾਵਨ ਅੰਗ ਨਹਿਰ ਵਿੱਚ ਖਿਲਾਰ ਦਿੱਤੇ। ਤੇ ਤੁਸੀਂ ਦੇਖੋ ਕਿ ਜੇ ਇਹ ਸੱਚਮੁੱਚ ਇਸ ਜਾਂਚ ਪੜਤਾਲ ਦੇ ਵਿੱਚੋਂ ਨਿਕਲਿਆ ਤਾਂ ਕਿੰਨਾ ਹੈਰਾਨੀਜਨਕ ਹੈ। ਆਮ ਤੌਰ ਤੇ ਬਹੁਤ ਸਾਰੇ ਲੋਕ ਨੇ, ਭਾਵੇਂ ਗੁਰੂ ਭਾਵੇਂ ਪਰਮਾਤਮਾ ਕਣ ਕਣ ਵਿੱਚ ਵਸਦਾ ਹੈ, ਪਰ ਅਸੀਂ ਗੁਰੂ ਸਾਹਿਬ ਨੂੰ ਕਈ ਵਾਰੀ ਮੱਥਾ ਟੇਕ ਕੇ ਆਉਂਦੇ ਕੁਝ ਲੋਕ ਪਿੱਛੇ ਪੈਰੀ ਪੁੱਠੇ ਪੈਰੀ ਮੁੜੇ ਆਉਂਦੇ ਨਜ਼ਰ ਆਏ ਆ। ਵੇਖਦੇ ਹੋਵੋਗੇ, ਉਹ ਸੋਚਦੇ ਹੁੰਦੇ ਆ ਕਿ ਕਿਤੇ ਗੁਰੂ ਵੱਲ ਪਿੱਠ ਨਾ ਹੋ ਜੇ, ਪਰ ਆਹ ਲੋਕ ਗੁਰੂ ਸਾਹਿਬ ਨੂੰ ਚੋਰੀ ਕਰਦੇ ਆ, ਫਿਰ ਪੋਸਟਰ ਲਾਉਂਦੇ ਆ ਕੰਧਾਂ ਤੇ ਕਿ ਤੁਹਾਡਾ ਵੱਡਾ ਗੁਰੂ ਅਸੀਂ ਚੋਰੀ ਕਰ ਲਿਆ, ਚੁਰਾ ਲਿਆ, ਅਗਵਾ ਕਰ ਲਿਆ। ਵੇਖਦੇ ਆ ਕੋਈ ਸ਼ਕਤੀ ਹੈ, ਤੁਸੀਂ ਲੱਭ ਕੇ ਦਿਖਾ ਦਿਓ, ਇਨਾਮ ਵੀ ਦਿਆਂਗੇ। ਉਹਦੇ ਤੋਂ ਬਾਅਦ ਫਿਰ ਇੱਕ ਨਹੀਂ ਕਈ ਘਟਨਾਵਾਂ ਕੋਟਕਪੂਰਾ ਦੇ ਵਿੱਚ ਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਵਾਪਰਦਾ ਹੈ, ਜਿਹਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਭਖੀ ਹੋਈ ਹੈ। ਤੇ ਅਗਲੀ ਖਬਰ ਇਹ ਵੀ ਕਿਸਾਨੀ ਧਰਨੇ ਦੇ ਨਾਲ ਜੁੜੀ ਖਬਰ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪਟਿਆਲਾ ਨੇੜਲੇ ਪਿੰਡ ਰਾਓ ਮਾਜਰਾ ਦੇ ਕਿਸਾਨ ਆਗੂ 77 ਕੁ ਵਰ੍ਹਿਆਂ ਦੇ ਸਨ ਗੁਰਚਰਨ ਸਿੰਘ ਦਿੱਲੀ ਧਰਨੇ ਤੋਂ ਵਾਪਸ ਪਰਤੇ ਸਨ ਤੇ ਘਰ ਵਾਪਸ ਆਉਣ ਤੋਂ ਬਾਅਦ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪਿੰਡ ਰਾਓ ਮਾਜਰਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਗੁਰਚਰਨ ਸਿੰਘ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਵਜੋਂ ਸਰਗਰਮੀ ਨਾਲ ਭੂਮਿਕਾ ਨਿਭਾ ਰਹੇ ਸਨ। ਇਸ ਤੋਂ ਇਲਾਵਾ ਉਹ ਧਰੇੜੀ ਜੱਟਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਵਿੱਚ ਸ਼ਮੂਲੀਅਤ ਕਰਨ ਤੋਂ ਇਲਾਵਾ ਦਿੱਲੀ ਦੇ ਸਿੰਘੂ ਸਰਹੱਦ ਤੇ ਚੱਲ ਰਹੇ ਧਰਨੇ ਵਿੱਚ ਲਗਾਤਾਰ ਆਉਂਦੇ ਤੇ ਜਾਂਦੇ ਰਹੇ। ਉਹਨਾਂ ਕਿਸਾਨ ਜਥੇਬੰਦੀਆਂ ਦੀ ਸਟੇਜ ਤੋਂ ਬਤੌਰ ਕਵਿਸ਼ਰੀ ਦੇ ਨਾਲ ਹਾਜ਼ਰੀ ਵੀ ਦਰਜ ਕਰਵਾਈ। ਕੁਝ ਦਿਨ ਪਹਿਲਾਂ ਉਹਨਾਂ ਦੱਸਿਆ ਕਿ ਜਦੋਂ ਦਿੱਲੀ ਧਰਨੇ ਤੋਂ ਆਏ ਤਾਂ ਉਹ ਉੱਥੇ ਬਿਮਾਰ ਹੋ ਗਏ ਸਨ, ਜਿਸ ਕਾਰਨ ਉਹ ਪਿੰਡ ਪਰਤੇ, ਪਰ ਪਿੰਡ ਆ ਕੇ ਵੀ ਉਹ ਠੀਕ ਨਾ ਹੋਏ ਤੇ ਆਖਰਕਾਰ ਉਹਨਾਂ ਦੀ ਮੌਤ ਹੋ ਗਈ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਅਤੇ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਨੀ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।